ਵੱਡਾ ਅਫਸਰ ਬਣਨ ਦੇ ਸੁਪਨੇ ਹੁੰਦੇ ਜੀ, ਹਰ ਮਾਂ ਬਾਪ ਕਹਿੰਦੇ ਸਾਡੇ ਬੱਚੇ ਪੜ੍ਹਨ, ਪਰ ਉਹ ਸਿਸਟਮ ਤੋਂ ਤੰਗ ਨੇ। ਮੈਂ ਇਹਦੇ ਲਈ ਵੀ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ, ਜਦੋਂ ਮੈਨੂੰ ਮਹੀਨੇ ਬਾਅਦ ਬੈਕਅਪ ਆਇਆ, ਹਜੇ ਤੱਕ ਮੈਨੂੰ ਰਾਸ਼ਨ ਨਹੀਂ ਆਇਆ ਜੀ। ਮੈਂ ਡਬਲ ਐਮਏ ਆ ਜੀ, ਉਰਦੂ ਦੀ ਐਮਏ ਆ, ਉਸ ਤੋਂ ਬਾਅਦ ਇੰਗਲਿਸ਼ ਦੀ ਐਮਏ ਆ। ਇੰਗਲਿਸ਼ ਦਾ ਮੈਂ ਨੈਟ ਦਿੱਤਾ ਸੀ, ਇਸ ਵਾਰ ਐਗਜ਼ਾਮ 4 ਨੰਬਰ ਤੋਂ ਮੇਰਾ ਰਹਿ ਗਿਆ ਸੀ ਦਸੰਬਰ ਦੇ ਵਿੱਚ। जॉब नहीं होर ली, ताकि मेरा सुपना सी मैं IAS अफसर ही बनना। मैं जॉब होर कोई नहीं ली, नाल मैं ट्यूशन वर्क करके अपना गुजारा कर लेंदा सी, पर लॉकडाउन तो बाद वो भी काम बंद हो गया। ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਸਾਡੇ ਪੰਜਾਬੀ ਨੌਜਵਾਨ ਪੜ੍ਹਦੇ ਲਿਖਦੇ ਨੇ ਤੇ ਆਖਰਕਾਰ ਬਹੁਤ ਸਾਰੇ ਲੋਕਾਂ ਨੂੰ ਜੇ ਕਹੀਏ ਸਰਕਾਰੀ ਨੌਕਰੀਆਂ ਮਿਲ ਵੀ ਨਹੀਂ ਸਕਦੀਆਂ ਹੈਗੀਆਂ, ਸਿਸਟਮ ਨਹੀਂ ਇਹੋ ਜਿਹਾ ਬਣਿਆ। ਪਰ ਕਈ ਚੀਜ਼ਾਂ ਨਾ ਮੂੰਹ ਚੋਂ ਕਢਾ ਦਿੰਦੀਆਂ ਨੇ ਕਿ ਤਰਾਸਦੀ ਸਾਡੀ ਇੰਨੀ ਜ਼ਿਆਦਾ ਵੱਧ ਚੁੱਕੀ ਕਿ ਅੱਜ ਜਿਹੜੀ ਅਸੀਂ ਕਹਾਣੀ ਦੀ ਗੱਲ ਕਰਾਂਗੇ, ਉਹ ਕਹਾਣੀ ਬਹੁਤ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ, ਬਹੁਤ ਸਾਰੇ ਲੋਕਾਂ ਨੂੰ ਹਿਲਾ ਦਿੰਦੀ ਹੈ। ਹਿਲਾ ਇਸ ਲਈ ਦਿੰਦੀ ਹੈ ਕਿ ਆਖਰਕਾਰ ਇਸ ਤਰ੍ਹਾਂ ਦਾ ਸਮਾਜ ਸਾਡਾ ਬਣ ਚੁੱਕਿਆ। ਅਸੀਂ ਉਸ ਸਿੱਖ ਨੌਜਵਾਨ ਦੀ ਗੱਲ ਕਰਾਂਗੇ ਜਿਹਨੇ IAS ਦੇ ਪੇਪਰ ਦੇ ਕੇ ਉਹ ਪਾਸ ਕਰੇ। ਠੀਕ ਹੈ, ਉਹਦਾ ਅਗਲਾ ਪੜਾਅ ਸੀ ਜਿਹੜਾ ਉਹ ਇੰਟਰਵਿਊ ਨਹੀਂ ਕਲੀਅਰ ਕਰ ਪਾਇਆ। ਤੁਸੀਂ ਆਪ ਹੀ ਸਮਝ ਗਏ ਹੋਵੋਗੇ ਕਿ ਜਦੋਂ ਉਹਨੇ IAS ਪਾਸ ਕਰੀ ਤਾਂ ਆਖਰ ਕਿੰਨਾ ਕਾਬਲ ਤੇ ਕਿੰਨਾ ਪੜ੍ਹਿਆ ਲਿਖਿਆ ਉਹ ਨੌਜਵਾਨ ਹੋਊਗਾ। ਤੇ ਉਸ ਤੋਂ ਬਾਅਦ ਹਾਲਾਤ ਇਹ ਨੇ, ਆ ਤੁਸੀਂ ਦੇਖੋ, ਕੜੀ ਚੌਲ ਵੇਚ ਰਿਹਾ ਹੈ, ਰਾਜਮਾ ਚੌਲ ਵੇਚ ਰਿਹਾ ਹੈ। ਤੇ ਹੋਰ ਵੀ ਤੁਸੀਂ ਹੈਰਾਨ ਹੋ ਜਾਓਗੇ, ਕੜੀ ਚੌਲ ਜਾਂ ਰਾਜਮਾ ਚੌਲ ਵੀ ਇੰਨੇ ਸੌਖੇ ਨਹੀਂ ਵੇਚ ਰਿਹਾ ਇਹਨੂੰ ਇਹਦੇ ਵਾਸਤੇ ਵੀ ਦਰ ਠੋਕਰਾਂ ਖਾਣੀਆਂ ਪੈ ਗਈਆਂ। ਇਹ ਜੇ ਕਹੀਏ ਕਿ ਠੀਕ ਹੈ ਆਪਣੀ ਕਾਰ ਦੇ ਵਿੱਚ ਵੇਚ ਰਿਹਾ ਹੈ, ਇਹਦੇ ਕੋਲ ਨਹੀਂ ਹੋਣੇ ਹੋਰ ਪੈਸੇ ਵੀ, ਕੀ ਰੇਹੜੀ ਬਹੁਤ ਵਧੀਆ ਤਿਆਰ ਕਰਾ ਲੇ। ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ, ਕਹਾਂਗੇ ਤੈਨੂੰ ਰੇਹੜੀ ਹੋ, ਪਰ ਉਹ ਰੇਹੜੀ ਲਾਉਣ ਨੂੰ ਵੀ ਇਹਨੂੰ ਥਾਂ ਨਹੀਂ ਦਿੱਤੀ। ਆਖਰ ਕੀ ਅਜਿਹਾ ਸਾਡਾ ਸਮਾਜ ਦਾ ਸਿਸਟਮ ਬਣ ਚੁੱਕਿਆ ਕਿ ਇੱਕ ਸਾਡੇ ਪ੍ਰਧਾਨ ਮੰਤਰੀ ਮੋਦੀ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਆਤਮ ਨਿਰਭਰ ਹੋ ਜਾਓ, ਆਪ ਬਣਾ ਲਓ। ਪਕੌੜਿਆਂ ਦੀ ਗੱਲ ਹੁੰਦੀ ਹੈ, ਅਸੀਂ ਆਮ ਦੇਖਦੇ ਆਂਗੇ ਕਿ ਬਾਜ਼ਾਰਾਂ ਦੇ ਵਿੱਚ, ਪਰ ਤੁਸੀਂ ਅੱਜ ਇੱਕ ਕਹਾਣੀ ਹੋਰ ਸਮਝੋਗੇ। ਮੁੰਡੇ ਦੀ ਤਾਂ ਤੁਹਾਨੂੰ ਕਹਾਣੀ ਸੁਣਾਵਾਂਗੇ ਹੀ, ਨਾਲ ਤੁਸੀਂ ਇੱਕ ਕਹਾਣੀ ਹੋਰ ਸਮਝੋਗੇ ਕਿ ਜੇ ਸੋਚਦੇ ਹੋ ਕਿ ਤੁਸੀਂ ਐਵੇਂ ਕੜੀ ਚੌਲ ਵੇਚ ਲਓਗੇ, ਉਹ ਵੀ ਨਹੀਂ ਵੇਚ ਸਕਦੇ ਹੈਗੇ। ਉਹ ਕਿਉਂ ਨਹੀਂ ਵੇਚ ਸਕਦੇ, ਖੁਦ ਨੌਜਵਾਨ ਦੱਸੂਗਾ। ਇਹ ਤਰਾਸਦੀਆਂ ਨਾਲ ਭਰੀ ਹੋਈ ਪੂਰੀ ਕਹਾਣੀ ਹੈ ਤੇ ਸਾਡੇ ਸਿਸਟਮ ਤੇ ਸਮਾਜ ਤੇ ਉਹ ਚਪੇੜ ਹੈ ਜਿਹੜਾ ਸਮਝੇ ਉਹ ਤਾਂ ਜਾਣੇ, ਪਰ ਜਿਹੜਾ ਨਾ ਸਮਝੇ ਤਾਂ ਉਹਨੂੰ ਸਮਝਾਉਣ ਵਾਲੇ, ਜਿਵੇਂ ਕਹਿ ਦਿੰਦੇ ਨੇ ਨਾ ਕਿ ਮੈਂ ਅੱਗੇ ਬੀਨ ਵਜਾਉਣ ਵਾਲੀ ਗੱਲ, ਉਹ ਸਮਝਾ ਨਹੀਂ ਕੋਈ ਸਕਦਾ। ਸਨੀ ਸਿੰਘ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਦੁੱਖੜੇ ਬਹੁਤ ਸਾਰੇ ਨੇ, ਤੇ ਦੁੱਖੜੇ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਹਦੇ 'ਚੋਂ ਇਹ ਗੱਲਾਂ ਸੁਣ ਕੇ ਤੁਸੀਂ ਉਹਨਾਂ 'ਤੇ ਗੌਰ ਕਰਿਓ ਕਿ ਆਖਰ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਕੱਲ੍ਹ ਨੂੰ ਕਈ ਮਾਂ-ਬਾਪ ਕਹਿ ਦਿੰਦੇ ਨੇ ਕਿ ਤੇਰੇ ਤੋਂ ਰੇਹੜੀ ਵੀ ਨਹੀਂ ਲੱਗਣੀ, ਤੇ ਉਹ ਗੱਲ ਸਹੀ ਆ। ਸਨੀ ਜੀ, ਤੁਸੀਂ IAS ਪੇਪਰ ਪਾਸ ਕਰਿਆ, ਠੀਕ ਹੈ, ਜੇ ਅੱਗੇ ਇੰਟਰਵਿਊ ਨਹੀਂ ਹੋ ਪਾਈ, ਤੁਹਾਡੀ ਸਿੱਖਿਆ, ਤੁਹਾਡੀ ਸਮਝ ਦਾ ਅੰਦਾਜ਼ਾ ਤਾਂ ਇੱਥੇ ਲਾਇਆ ਜਾ ਸਕਦਾ ਕਿ ਮੁੰਡਾ ਕਿੰਨਾ ਪੜ੍ਹਿਆ ਲਿਖਿਆ। ਇਹ ਪੂਰੇ ਸਮੇਂ ਦੇ ਦੌਰਾਨ ਦੇਖੀਏ, ਪਹਿਲਾਂ ਤਾਂ ਪੜ੍ਹਾਈ ਕਿੰਨੀ ਕੁ ਔਖੀ ਰਹੀ ਤੁਹਾਡੇ, ਜੇ ਕਹੀਏ ਪਰਿਵਾਰਕ ਹਾਲਾਤ ਕਿਹੋ ਜਿਹੇ ਸੀਗੇ, ਉਹ ਸਾਰੀ ਆਪਾਂ ਸ਼ੁਰੂਆਤ ਕਰਾਂਗੇ ਕਿ ਇੱਥੇ ਹੀ ਪਹੁੰਚਾਂਗੇ ਫਿਰ ਕੜੀ ਚੌਲਾਂ ਤੱਕ ਕਿ ਆਖਰ ਇਹ ਕਿਉਂ ਬਣ ਗਏ। ਮੇਰੇ ਫਾਦਰ ਸਾਹਿਬ ਪ੍ਰਾਈਵੇਟ ਦੁਕਾਨ 'ਤੇ ਕੰਮ ਕਰਦੇ ਸੀ, ਮਦਰ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀਗੇ। ਮੈਂ 12ਵੀਂ 2002 ਦੇ ਵਿੱਚ ਨਾਨ ਮੈਡੀਕਲ ਦੇ ਨਾਲ ਪਾਸ ਕੀਤੀ। 12ਵੀਂ ਇਸ ਲਈ ਕੀਤੀ ਸੀ ਨਾਨ ਮੈਡੀਕਲ ਦੇ ਵਿੱਚ ਪਾਸ ਕੀ, ਅੱਗੇ ਜਾ ਕੇ BTech ਕਰਾਂਗੇ ਸੁਪਨੇ ਸੀਗੇ। ਪਰ ਜਦੋਂ 12ਵੀਂ ਪਾਸ ਕਰਕੇ ਆਏ ਤਾਂ ਪਤਾ ਲੱਗਿਆ ਕਿ ਮੈਰਿਟ ਜਿਹੜੀ ਆ ਸਰਕਾਰੀ ਕਾਲਜ ਦੀ ਬਹੁਤ ਜ਼ਿਆਦਾ ਜਾਂਦੀ ਹੈ ਤੇ ਜਿਹੜੇ ਪ੍ਰਾਈਵੇਟ ਕਾਲਜ ਆ ਉੱਥੇ ਤਾਂ ਫੀਸਾਂ ਬਹੁਤ ਜ਼ਿਆਦਾ ਨੇ। ਫਿਰ ਗੈਪ ਰਿਹਾ, ਫਿਰ BSc ਨਾਨ ਮੈਡੀਕਲ ਕੀਤੀ, ਠੀਕ ਹੈ ਜੀ। BSc ਨਾਨ ਮੈਡੀਕਲ ਕਰਕੇ ਫਿਰ ਅੱਗੇ ਪੜ੍ਹਿਆ, ਫਿਰ ਸਿਵਲ ਸਰਵਿਸ ਦੀ ਤਿਆਰੀ ਸੀ। ਕ੍ਰਿਸ਼ਨ ਕੁਮਾਰ ਨਾਮ ਦਾ ਇੱਕ IAS ਅਫਸਰ ਸਾਡੇ ਨਵਾਂ ਸ਼ਹਿਰ 'ਚ ਬਤੌਰ DC ਆਇਆ ਸੀ, ਉਹਨੂੰ ਦੇਖ ਕੇ ਬੜੀ ਮੋਟੀਵੇਸ਼ਨ ਮਿਲੀ। ਫਿਰ ਮੈਂ ਵੀ ਪੜ੍ਹਨ ਲੱਗ ਗਿਆ। ਉਹ ਐਗਜ਼ਾਮ ਦਾ ਹੌਲੀ ਹੌਲੀ ਸਮਝ ਲੱਗੀ ਕਿਉਂਕਿ ਕੋਚਿੰਗ ਕੋਈ ਨਹੀਂ ਸੀ, ਕੁਛ ਨਹੀਂ ਸੀ। ਫਸਟ ਅਟੈਂਪਟ ਦਿੱਤੀ, ਮੈਂ ਇੰਟਰਵਿਊ ਤੱਕ ਪਹੁੰਚਿਆ ਫਸਟ ਟਾਈਮ ਦੇ ਵਿੱਚ। ਫਿਰ ਚੀਜ਼ਾਂ ਕਈ ਸਾਰੀਆਂ ਨਹੀਂ ਪਤਾ ਸੀਗੀਆਂ, ਫਿਰ ਐਗਜ਼ਾਮ ਦਾ ਪੈਟਰਨ ਬਦਲ ਗਿਆ। ਸਾਇੰਸ ਦੇ ਮੇਰੇ ਕੋਲ ਸਬਜੈਕਟ ਸੀਗੇ, ਉਹ ਬਦਲੇ। ਉਸ ਤੋਂ ਬਾਅਦ ਪੈਟਰਨ ਫਿਰ ਅੱਗੀ ਵਾਰ ਫਿਰ ਮੈਂ ਐਗਜ਼ਾਮ ਦਿੰਦਾ ਰਿਹਾ, ਹੌਲੀ ਹੌਲੀ ਅੱਗੇ ਵੱਧਦਾ ਰਿਹਾ। ਫਿਰ 2018 ਦੇ ਵਿੱਚ ਫਿਰ ਦੁਬਾਰਾ ਇੰਟਰਵਿਊ ਦਿੱਤੀ ਅੱਗੇ। ਉਸ ਤੋਂ ਬਾਅਦ ਫਿਰ ਮੇਨਸ ਮੇਰਾ ਨਹੀਂ ਕਲੀਅਰ ਹੋਇਆ। ਹੁਣ PCS ਦਾ ਫਾਰਮ ਨਿਕਲਿਆ ਹੋਇਆ ਜੀ, ਮੈਂ ਅਪਲਾਈ ਕੀਤਾ ਹੋਇਆ ਤੇ ਹੁਣ ਸਰਕਾਰ ਦੇ ਫਾਰਮ ਨਿਕਲੇ, ਮੈਂ ਦੇਖਦਾ, ਮੈਂ ਪੜ੍ਹ ਰਿਹਾ ਜੀ, ਉਹਦੇ ਨਾਲ ਤਿਆਰੀ ਕਰ ਰਿਹਾ। ਫਿਰ ਇੰਗਲਿਸ਼ ਦਾ ਫਿਰ ਮੈਂ MA ਆ, ਡਬਲ MA ਆ ਜੀ, ਉਰਦੂ ਦੀ MA ਆ, ਉਸ ਤੋਂ ਬਾਅਦ ਇੰਗਲਿਸ਼ ਦੀ MA ਆ। ਇੰਗਲਿਸ਼ ਦਾ ਮੈਂ ਨੈਟ ਦਿੱਤਾ ਸੀ, ਇਸ ਵਾਰ ਐਗਜ਼ਾਮ 4 ਨੰਬਰ ਤੋਂ ਮੇਰਾ ਰਹਿ ਗਿਆ ਸੀ ਦਸੰਬਰ ਦੇ ਵਿੱਚ। ਹੁਣ ਐਗਜ਼ਾਮ ਮੈਂ ਲੋਕਡਾਊਨ ਕਰਕੇ ਅੱਗੇ ਚਲਾ ਗਿਆ। ਫਿਰ ਮੈਂ ਸੋਚਿਆ ਵੀ ਸਿਵਲ ਸਰਵਿਸ ਦੇ ਨਾਲ ਚਲੋ ਜਦ ਤੱਕ ਪ੍ਰੋਫੈਸਰ ਦੀ ਜੌਬ ਹੋ ਜਾਏ, ਤੇ ਹੁਣ ਆਏਗਾ ਤੇ ਮੈਂ ਕਰ ਲਾਂ। ਨਾਲ ਮੈਂ ਟਿਊਸ਼ਨ ਵਰਕ ਕਰਦਾ ਸੀ, ਮੈਂ ਕੋਈ ਜੌਬ ਨਹੀਂ ਹੋਰ ਲਈ, ਤਾਂ ਕਿ ਮੇਰਾ ਸੁਪਨਾ ਸੀ ਮੈਂ IAS ਅਫਸਰ ਹੀ ਬਣਨਾ। ਮੈਂ ਜੌਬ ਹੋਰ ਕੋਈ ਨਹੀਂ ਲਈ, ਨਾਲ ਮੈਂ ਟਿਊਸ਼ਨ ਵਰਕ ਕਰਕੇ ਆਪਣਾ ਗੁਜ਼ਾਰਾ ਕਰ ਲੈਂਦਾ ਸੀ। ਪਰ ਲੋਕਡਾਊਨ ਤੋਂ ਬਾਅਦ ਉਹ ਵੀ ਕੰਮ ਬੰਦ ਹੋ ਗਿਆ। ਮੇਰਾ ਚੰਡੀਗੜ੍ਹ ਰਹਿਣ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਚੱਲਣਾ ਮੁਸ਼ਕਿਲ ਹੋ ਗਿਆ। 2-3 ਮਹੀਨੇ ਘਰੇ ਲੱਗ ਗਏ। ਜਦੋਂ ਲੋਕਡਾਊਨ ਖੁੱਲਿਆ ਚੰਡੀਗੜ੍ਹ ਵਾਪਸ ਆਇਆ ਤਾਂ ਹੱਥ 'ਚ ਕੁਛ ਨਹੀਂ ਸੀਗਾ। ਆਲੇ ਦੁਆਲੇ ਦੇਖਿਆ, ਕੁਛ ਨਹੀਂ ਮਿਲਿਆ। 2-3 ਹੋਰ ਵੀ ਕੰਮ ਟਰਾਈ ਕੀਤੇ ਪਰ ਕੁਛ ਨਹੀਂ, ਮੁਸ਼ਕਿਲ ਹੋਇਆ।
ਤੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਕਿ ਮੈਂ ਇਸ ਤਰ੍ਹਾਂ ਕਰਕੇ ਬੇਰੁਜ਼ਗਾਰ ਹੋਇਆ, ਮੇਰਾ ਹੱਲ ਕੀਤਾ ਜਾਵੇ। ਕਿਉਂਕਿ ਮੈਂ ਦੇਖਿਆ ਸੀ ਜੂਨ ਦੇ ਮਹੀਨੇ ਦੀ ਗੱਲ ਹੈ ਤੇ ਜੂਨ ਦਾ ਜੁਲਾਈ ਦੇ ਪਹਿਲੇ ਹਫਤੇ ਦੀ ਸ਼ਾਇਦ ਗੱਲ ਹੈ, ਮੈਨੂੰ ਜਿੱਥੇ ਤੱਕ ਯਾਦ ਹੈ, ਤਾਂ 15 ਸੈਕਟਰ ਦੇ ਵਿੱਚ ਨਾ ਕੁਝ ਵੈਂਡਰਸ ਨੂੰ ਕਾਗਜ਼ ਭਰੇ ਜਾ ਰਹੇ ਸੀ। ਮੈਂ ਪੁੱਛਿਆ ਵੀ ਕਿਹਦੇ ਕਾਗਜ਼ ਭਰੇ ਜਾ ਰਹੇ ਆ, ਤਾਂ ਕਹਿੰਦੇ ਲੋਨ ਦੇ ਰਿਹਾ ਵੈਂਡਰਸ ਨੂੰ। ਮੈਂ ਕਿਹਾ ਵੀ ਇਹਨਾਂ ਨੂੰ ਲੋਨ ਦੇ ਰਿਹਾ, ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਗੈਰ ਪੰਜਾਬੀ ਸੀਗੇ। ਵੀ ਸਾਡਾ ਕੀ ਹੈਗਾ, ਗਵਰਨਰ ਸਾਹਿਬ ਸਾਡੇ ਪੰਜਾਬ ਦੇ ਗਵਰਨਰ ਨੇ, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ, ਵੀ ਸਾਡਾ ਵੀ ਕੁਛ ਹੱਲ ਹੋ ਜਾਏ। ਮੈਂ ਉਹ ਚੀਜ਼ ਧਿਆਨ 'ਚ ਰੱਖਦੇ ਗਵਰਨਰ ਸਾਹਿਬ ਨੂੰ ਦਰਖਾਸਤ ਕੀਤੀ, ਈਮੇਲ ਪਾਈ, ਜਿਹਦਾ ਕੋਈ ਜਵਾਬ ਨਹੀਂ ਆਇਆ। ਫਿਰ ਉਹ ਮੈਂ ਸੰਬੰਧਿਤ ਅਧਿਕਾਰੀਆਂ ਨੂੰ ਵੀ ਅੱਗੇ ਟੈਗ ਕੀਤੀ, ਉਹਨਾਂ ਨੂੰ ਵੀ ਭੇਜੀ, ਕੋਈ ਜਵਾਬ ਨਹੀਂ ਆਇਆ। ਮੋਹਾਲੀ ਕਾਰਪੋਰੇਸ਼ਨ ਨੇ ਕੋਈ ਨਹੀਂ, ਮੈਨੂੰ ਰੇਹੜੀ ਲਾਉਣ ਦਾ ਮੈਂ ਪੁੱਛਿਆ, ਨਹੀਂ ਮਿਲਿਆ। ਮੈਂ ਇਹੀ ਚੀਜ਼ ਤੇ ਆਉਣਾ ਚਾਹੁੰਦਾ ਸੀਗਾ ਕਿ ਜਿਹੜੀ ਰੇਹੜੀ ਲਾਉਣ ਵਾਲਾ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਸਾਰੀ ਸਮਝ ਹੁਣ ਹੌਲੀ ਹੌਲੀ ਸਾਰੇ ਪੂਰੇ ਐਟਮੋਸਫੇਅਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਐਟਮੋਸਫੇਅਰ ਆ ਉਹਦੀ ਵੀ ਲੱਗ ਗਈ ਕਿ ਆਖਰ ਕੀ ਚੱਲਦਾ। ਜੀ ਪਹਿਲਾਂ ਤਾਂ ਇਹਦੇ ਰੇਹੜੀ ਵਾਲੇ ਤੇ ਬਾਅਦ ਚਾਹਾਂਗੇ। ਪਹਿਲਾਂ ਇੱਕ ਚੀਜ਼ ਦੱਸੋ ਕਿ ਹਰੇਕ ਮਾਂ-ਬਾਪ ਦਾ ਸੁਪਨਾ ਹੁੰਦਾ ਸਾਡਾ ਜਵਾਕ ਵੱਡਾ ਹੋ ਕੇ ਵੱਡਾ ਅਫਸਰ ਬਣ ਜੇ, ਕੋਈ ਵੱਡਾ ਉਹ ਬਣ ਜੇ। ਜੀ ਤੁਸੀਂ ਹੁਣ ਇੱਕ ਚੀਜ਼ ਤਾਂ ਸਮਝ ਗਏ ਹੋਵੋਗੇ ਕਿ ਵੱਡਾ ਅਫਸਰ ਬਣ ਜਾ ਤੇ ਉਸ ਤੋਂ ਬਾਅਦ ਕਰਨਾ ਕੀ ਹੈ। ਵੈਸੇ ਤਾਂ ਪੂਰੀ ਅਫਸਰ ਜਮਾਤ ਜਿਹੜੀ ਸਾਡੇ ਭਲੇ ਵਾਸਤੇ ਹੁੰਦੀ ਹੈ, ਬਿਊਰੋਕਰੇਟਸ ਕੰਮ ਕਰਦੇ ਨੇ, ਪਰ ਹੁਣ ਕੋਈ ਹੋਰ ਕਹਾਣੀ ਸਮਝ ਲੱਗੀ ਕਿ ਅਫਸਰ ਕਰਦੇ ਕੀ ਨੇ। ਦੇਖੋ ਜੀ, ਪਹਿਲਾ ਸਵਾਲ ਤਾਂ ਇਹ ਖੜਾ ਹੁੰਦਾ ਵੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਇੱਥੇ ਤਾਂ ਰੇਹੜੀ ਲਾਣਾ ਮੁਸ਼ਕਿਲ ਹੈ, ਅਫਸਰ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਵੱਡੇ ਸ਼ਹਿਰ 'ਚ ਰੇਹੜੀ ਲਾਣਾ ਮੁਸ਼ਕਿਲ ਹੈ, ਵੱਡਾ ਅਫਸਰ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਮੈਂ ਛੋਟੇ ਸ਼ਹਿਰ 'ਚ ਆਇਆ ਤੇ ਮੁੱਲਾਪੁਰ ਛੋਟਾ ਜਿਹਾ ਸ਼ਹਿਰ ਵੀ ਨਹੀਂ ਹੈ, ਛੋਟਾ ਜਿਹਾ ਕਸਬਾ ਹੈਗਾ ਜੀ, ਉਹਨੂੰ ਆਪਾਂ ਛੋਟਾ ਟਾਊਨ ਕਹਿ ਸਕਦੇ, ਕਸਬਾ ਕਹਿ ਸਕਦੇ। ਉਹਦੇ 'ਚ ਆਇਆ, ਵੱਡਾ ਅਫਸਰ ਬਣਨ ਦੇ ਸੁਪਨੇ ਹੁੰਦੇ ਜੀ, ਹਰ ਮਾਂ-ਬਾਪ ਕਹਿੰਦੇ ਸਾਡੇ ਬੱਚੇ ਬਣਨ, ਪਰ ਉਹ ਸਿਸਟਮ ਤੋਂ ਤੰਗ ਨੇ। ਹੁਣ ਕਿੰਨੇ ਬੱਚੇ ਬਾਹਰ ਜਾਂਦੇ ਨੇ, ਮਸਲਾ ਇਹ ਨਹੀਂ ਵੀ ਇੱਥੇ ਕੰਮ ਕਰਨ ਦਾ ਹੈ, ਨਿਰਾਸ਼ ਹੋ ਜਾਂਦੇ ਆ। ਫਿਰ ਮਿਹਨਤ ਦਾ ਵੀ ਹੈਗਾ ਜੀ, ਕਈ ਸਾਰੇ ਸਵਾਲ ਹੈ ਨਾ। ਮੇਰੀ ਕਹਾਣੀ ਦੇ ਕਈ ਸਾਰੇ ਪਹਿਲੂ ਹੈ, ਮੇਰੀ ਕਹਾਣੀ ਦਾ ਸਿਰਫ ਹੁਣ ਇਹਦੀ ਗੱਲ ਕਰੀਏ, ਜਿਹੜੀ ਗੱਲ ਕਰੀ ਕਿ ਬੰਦਾ ਰੇਹੜੀ ਵੀ ਨਹੀਂ ਲਾ ਸਕਦਾ। ਹੁਣ ਦੇਖੋ ਇਦੋਂ ਨੀਚੇ ਅਸੀਂ ਨਹੀਂ ਕੁਛ ਸੋਚ ਸਕਦੇ। ਰੇਹੜੀ ਮਤਲਬ ਉਹੀ ਆ ਗਿਆ ਕਿ ਜੇ ਤੁਸੀਂ ਇੱਕ ਤਾਂ ਮੈਂ ਬਹਿ ਕੇ ਬੂਟ ਪਾਲਿਸ਼ ਕਰਨੇ ਨੇ ਤਾਂ ਥਾਂ ਤਾਂ ਤੁਹਾਨੂੰ ਮੰਨਣੀ ਪੈਣੀ ਹੈ। ਜੀ ਜੀ ਤੇ ਆਖਰਕਾਰ ਰੇਹੜੀ ਕਿਉਂ ਨਹੀਂ ਲਾ ਸਕਦਾ? ਤੁਸੀਂ ਇਹਦੇ ਵਾਸਤੇ ਟਰਾਈ ਕਰਿਆ ਤਾਂ ਫਿਰ ਜਵਾਬ ਕੀ ਮਿਲੇ? ਤੇ ਉਹਦੇ ਵਿੱਚ ਤੁਸੀਂ ਜੇ ਸਾਡੇ ਸਮਾਜਿਕ ਜਿਹੜਾ ਤਾਣਾ ਬੁਣਾ ਉਲਝ ਗਿਆ, ਜੇ ਹੁਣ ਕਹੀਏ ਉਲਝ ਛੱਡੋ ਤੁਸੀਂ, ਹੁਣ ਤਾਂ ਟੁੱਟ ਹੀ ਗਿਆ, ਤਾਂ ਉਹਦੇ 'ਚ ਕੀ ਚੀਜ਼ਾਂ ਤੁਹਾਨੂੰ ਕਮੀਆਂ ਦੇਖੀਆਂ? ਕਿਉਂਕਿ ਜਦੋਂ ਵੀ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਦੇਖਿਆ ਲੱਗਿਆ ਵੀ ਉਹ ਕੰਮ ਛੋਟਾ ਕੰਮ ਨਹੀਂ, ਉਹ ਇੱਕ ਇੰਡਸਟਰੀ ਉਹਦੇ ਪਿੱਛੇ ਖੜੀ ਹੈ। ਟੀਚਿੰਗ ਦਾ ਸੀਗਾ, ਟਿਊਸ਼ਨ ਵਰਕ ਕਰਾਂਗੇ, ਟਿਊਸ਼ਨ ਵਰਕ ਇੱਥੇ ਹੋਮ ਟਿਊਸ਼ਨ ਦਾ ਹੀ ਕੰਮ ਕੀਤਾ। ਮੈਂ ਆਪਣੀ ਕੋਈ ਅਕੈਡਮੀ ਨਹੀਂ ਸੈਟਅਪ ਕਰ ਪਾਇਆ। ਚੰਡੀਗੜ੍ਹ ਸ਼ਹਿਰ ਦੇ ਵਿੱਚ ਮੈਂ ਇੱਥੇ ਨੇੜੇ 9 ਸਾਲ ਤੋਂ ਰਹਿ ਰਿਹਾ। 2011 ਦੇ ਵਿੱਚ ਜਦੋਂ ਮੈਂ ਮੇਨਸ ਦਾ ਐਗਜ਼ਾਮ ਪਹਿਲੀ ਵਾਰ ਲਿਖਿਆ ਸਿਵਲ ਸਰਵਿਸ ਦਾ, ਉਦੋਂ ਆਇਆ ਸੀਗਾ। ਕਿਉਂਕਿ ਇੱਥੇ ਆਪਣਾ ਸੈਟਅਪ ਕਰਨਾ ਹੋਵੇ ਕੋਈ ਵੀ ਅਕੈਡਮੀ ਜਾਂ ਕੋਈ ਵੀ ਇੰਸਟੀਚਿਊਟ, ਤਾਂ ਉਹਦੇ ਲਈ ਤੁਹਾਨੂੰ ਜਿਹੜਾ ਸ਼ੋਰੂਮ ਦਾ ਕਿਰਾਇਆ ਹੈਗਾ 1.5-2 ਲੱਖ ਰੁਪਏ ਕਿਰਾਇਆ, ਫਿਰ ਐਡਵਾਂਸ ਭਰੋ, ਕਾਫੀ ਜ਼ਿਆਦਾ ਖਰਚੇ ਨੇ, ਤੁਹਾਡੇ 'ਚ ਹੋਣਾ ਚਾਹੀਦਾ। ਉਹ ਇੱਕ ਤਗੜਾ ਬੰਦਾ ਹੀ ਚਲਾ ਸਕਦਾ। ਮੈਨੂੰ ਫਿਰ ਹੋਮ ਟਿਊਸ਼ਨ ਦੀ ਆਪਸ਼ਨ ਅੱਛੀ ਲੱਗੀ। ਮੈਂ ਹੋਮ ਟਿਊਸ਼ਨ ਪੜ੍ਹਾ ਕੇ ਆਪਣਾ ਗੁਜ਼ਾਰਾ ਕਰਦਾ ਸੀਗਾ, ਵੀ ਉਹਨਾਂ ਕਮਾ ਲੈਂਦਾ ਸੀਗਾ 3-4 ਘੰਟੇ ਕੰਮ ਕਰਕੇ, ਤੇ ਬਾਅਦ 'ਚ ਮੈਨੂੰ ਪੜ੍ਹਨ ਲਈ ਵੀ ਸਮਾਂ ਮਿਲ ਜਾਂਦਾ ਸੀਗਾ, ਆਪਣੇ ਐਗਜ਼ਾਮ ਦੀ ਤਿਆਰੀ ਦੇ ਲਈ ਸਮਾਂ ਮਿਲ ਜਾਂਦਾ ਸੀਗਾ। ਤੇ ਹੁਣ ਤਾਂ ਉਹ ਵੀ ਚੀਜ਼ ਹੱਥੋਂ ਖੁੱਸ ਗਈ, ਕਿਉਂਕਿ ਸਕੂਲ ਕਾਲਜ ਬੰਦ ਪਏ ਨੇ, ਟਿਊਸ਼ਨ ਦਾ ਕੰਮ ਬੰਦ ਹੈ, ਤੇ ਉਹ ਚੀਜ਼ ਮੁਸ਼ਕਿਲ ਹੈ। ਤਾਂ ਫਿਰ ਮੈਂ ਸੋਚਿਆ ਵੀ ਕੁਝ ਇਹੋ ਜਿਹਾ ਕੰਮ ਕੀਤਾ ਜਾਵੇ ਜਿਹੜਾ ਛੋਟੇ ਟਾਈਮ ਦਾ ਕੰਮ ਹੋਵੇ, ਵੀ ਕੰਮ ਵੀ ਕਰ ਲਿਆ ਜਾਵੇ ਤੇ ਥੋੜੀ ਰਹਿਣ ਦਾ ਖਰਚਾ ਵੀ ਨਿਕਲ ਜਾਏ ਤੇ ਆਪਣੀ ਪੜ੍ਹਾਈ ਲਈ ਵੀ ਸਮਾਂ ਬਚ ਜਾਏ। ਤੇ 7 ਫੇਸ ਅਸੀਂ ਮੋਹਾਲੀ ਦੇ ਵਿੱਚ ਦੇਖਿਆ ਸੀਗਾ ਕਿ ਉੱਥੇ ਕਾਫੀ ਜ਼ਿਆਦਾ ਰਸ਼ ਸੀਗਾ ਇਸ ਕੰਮ ਦੇ ਲਈ, ਤੇ ਉਹਦੇ ਲਈ ਅਸੀਂ ਸੋਚਿਆ ਸੀਗਾ ਵੀ ਇਹ ਕੰਮ ਕਰਾਂਗੇ। ਪਰ ਜਦੋਂ ਉੱਥੇ ਜਾ ਕੇ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਉੱਥੇ ਧੱਕੇ ਪਏ ਜੀ, ਸਾਨੂੰ ਉੱਥੇ ਖੜ੍ਹ ਨਹੀਂ ਦਿੱਤਾ ਗਿਆ। ਤੇ ਕੀ ਆਖਰ ਕਿਉਂ ਰੇਹੜੀ ਕਿਉਂ ਨਹੀਂ ਲਾ ਸਕਦੇ ਆਪਾਂ? ਇਹਦੇ 'ਚ ਕੀ ਜੇ ਕਰੀਏ? ਹੁਣ ਅਸੀਂ ਦੇਖਦੇ ਆਂਗੇ ਕਿ ਯੂਪੀ ਬਿਹਾਰ ਤੋਂ ਆਏ ਲੋਕ ਤਾਂ ਬਥੇਰੇ ਰੇਹੜੀਆਂ ਲਾਈ ਖੜੇ ਨੇਗੇ। ਉਹਨਾਂ ਦਾ ਤਾਂ ਸ਼ਾਇਦ ਜੇ ਕਹੀਏ ਵੋਟ ਵੀ ਬਾਅਦ 'ਚ ਹੀ ਬਣੀ ਹੋਣੀ, ਜ਼ਾਹਿਰ ਜੀ ਗੱਲ ਹੈ, ਜਦੋਂ ਸਾਡੇ ਗੈਰ ਪੰਜਾਬੀ ਨੇਗੇ। ਇਹ ਧੱਕਾ ਜੀ ਮੈਨੂੰ ਪਿੰਡ ਜਾ ਕੇ ਵੀ ਦੇਖਣਾ ਪਿਆ। ਇਸ ਵਾਰ ਮੈਨੂੰ ਯਾਦ ਹੈ, ਇਹ ਮਈ ਮਹੀਨੇ ਦੀ ਗੱਲ ਹੈ, ਕਿ ਜਦੋਂ ਪਿੰਡ ਦੇ ਵਿੱਚ ਮੈਂ ਗਿਆ ਤਾਂ ਜਿਹੜਾ ਇਸ ਵਾਰ ਸਰਕਾਰ ਦਾ ਫ੍ਰੀ ਰਾਸ਼ਨ ਆਇਆ, ਤਾਂ ਉਹ ਜਦੋਂ ਮੈਂ ਲੈਣ ਲਈ ਲਾਈਨ 'ਚ ਖੜਾ ਸੀਗਾ, ਜਦੋਂ ਮੇਰੀ ਵਾਰੀ ਆਈ ਤਾਂ ਪਤਾ ਲੱਗਾ ਮੇਰਾ ਰਾਸ਼ਨ ਕਾਰਡ ਕੱਟਿਆ ਜਾ ਚੁੱਕਾ ਹੈ। ਜਦ ਕਿ ਜਿਹੜੇ ਬਾਕੀ ਪ੍ਰਵਾਸੀ ਮਜ਼ਦੂਰ ਸਾਡੇ ਪਿੰਡ ਵੱਸਦੇ ਨੇ, ਉਹਨਾਂ 'ਚੋਂ 25 ਕੁ ਲੋਕ ਮੇਰੇ ਸਾਹਮਣੇ ਰਾਸ਼ਨ ਲੈ ਕੇ ਗਏ, ਜਿਹਨਾਂ ਕੋਲ ਸਾਡਾ ਪੰਜਾਬੀ ਪੰਜਾਬ 'ਚ ਰਾਸ਼ਨ ਨਹੀਂ ਲੈ ਸਕਦਾ ਹੈਗਾ। ਪੰਜਾਬ 'ਚ ਰਾਸ਼ਨ ਨਹੀਂ ਲੈ ਸਕਦਾ ਜੀ, ਮੇਰਾ ਕੱਟਿਆ ਹੋਇਆ ਜੀ। ਮੈਂ ਇਹਦੇ ਲਈ ਵੀ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ, ਜਿਹਦਾ ਮੈਨੂੰ ਮਹੀਨੇ ਬਾਅਦ ਬੈਕਅਪ ਆਇਆ, ਹਜੇ ਤੱਕ ਮੈਨੂੰ ਰਾਸ਼ਨ ਨਹੀਂ ਆਇਆ ਜੀ। ਉਹ ਪਿਛਲੇ 7 ਸਾਲ ਦਾ ਰਾਸ਼ਨ ਜਿਹੜਾ ਆਟਾ ਦਾਲ ਸਕੀਮ ਦੇ ਤਹਿਤ ਮਿਲਦਾ ਸੀਗਾ, ਉਹ ਸਾਨੂੰ ਨਹੀਂ ਮਿਲਿਆ। ਤੇ ਨਾ ਤਾਂ ਅਸੀਂ, ਸਾਡਾ ਤਾਂ ਉਹ ਗੱਲ ਹੋਇਆ ਵੀ ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ, ਨਾ ਅਸੀਂ ਵਾਪਸ ਜਾ ਸਕਦੇ ਹਾਂ। ਮੇਰਾ ਮਕਾਨ ਰੱਦੀ ਹੋ ਚੁੱਕਾ, ਠੀਕ ਹੈ ਜੀ। 6-7 ਲੱਖ ਰੁਪਏ ਦਾ ਖਰਚਾ ਉੱਤੇ ਹੋਏਗਾ ਤਾਂ ਮਕਾਨ ਜਾ ਕੇ ਰੈਡੀ ਹੋਏਗਾ। ਤੇ ਇੱਥੇ ਆ ਕੇ ਸਾਡੇ ਕੋਲ ਇੱਥੇ ਦਾ ਵੀ ਕੁਝ ਨਹੀਂ ਹੈਗਾ ਕਿ ਨਾ ਅਸੀਂ ਦਾਅਵੇਦਾਰੀ ਕਰ ਸਕੀਏ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਵੀ ਜਿੰਨੀਆਂ ਆਲੇ ਦੁਆਲੇ ਇੱਥੇ ਇਕਨੋਮਿਕਲ ਵੀਕਰ ਸੈਕਸ਼ਨ ਨੂੰ ਮਕਾਨ ਮਿਲਿਆ, ਉਹ 'ਚ ਜ਼ਿਆਦਾਤਰ ਗੈਰ ਪੰਜਾਬੀਆਂ ਦੇ। ਤੇ ਯਾਨੀ ਕਿ ਉਹ 'ਚ ਵੀ ਆਪਣਾ ਕਹਿ ਸਕਦੇ ਹਾਂ ਤੁਸੀਂ ਪੰਜਾਬੀ ਹੋ ਕੇ ਫਿਰ ਕੀ ਉਹ ਪੰਜਾਬ 'ਚ ਤੁਸੀਂ ਭਾਲਦੇ ਹੋ? ਤੁਹਾਨੂੰ ਲੱਗਦਾ ਵੀ ਆਖਰਕਾਰ ਜਿਹੜੇ ਸਾਡੇ ਨਵੇਂ ਨੌਜਵਾਨ ਨੇ ਉਹਨਾਂ ਨੂੰ ਇਨਸਪਾਇਰ ਹੋਣ ਦੀ ਵੀ ਲੋੜ ਹੈ? ਆਪਾਂ ਕਹਿੰਦੇ ਆ ਇਨਸਪਾਇਰ ਹੋਵੇ, ਕੰਮ ਕਰੇ, ਕਿਉਂ ਜਾਂਦੇ ਨੇ ਕੈਨੇਡਾ? ਬਹੁਤ ਵਿਰੋਧੀ ਹੁੰਦੇ ਨੇ, ਮੈਂ ਵੀ ਖੁਦ ਕਹਿਦਾ ਨਾ ਕਈ ਵਾਰੀ ਵੀ ਕਿ ਕਿਉਂ ਜਾਂਦੇ ਨੇ ਕੈਨੇਡਾ, ਪਰ ਉਰੇ ਪੰਜਾਬੀ ਨੂੰ ਕਹਿਣ ਦਾ ਮਤਲਬ ਗੈਰ ਪੰਜਾਬੀਆਂ ਨੇ ਇਹਦਾ ਮਤਲਬ ਥਾਂ ਜ਼ਿਆਦਾ ਬਣਾ ਲਈ। ਥਾਂ ਜ਼ਿਆਦਾ ਬਣਾਈ ਜੀ। ਤੁਸੀਂ ਉਹ ਸਵਾਲ ਕੀਤਾ ਸੀ ਵੀ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ, ਉਹਦੇ ਕੰਮ ਕਰਨ ਦੇ ਪਿੱਛੇ ਕੀ ਹੈ ਜੀ, ਉਹ ਆਉਂਦੇ ਨੇ ਕਿਉਂਕਿ ਉਹਨਾਂ ਕੋਲ ਉਹਨਾਂ ਦੀਆਂ ਸਟੇਟਾਂ ਦੇ ਵਿੱਚ ਐਡਾ ਜ਼ਿਆਦਾ ਸਰਮਾਇਆ ਨਹੀਂ ਵੀ ਉੱਥੇ ਕੰਮ ਕਰ ਸਕਣ। ਉਹ ਸਾਡੇ ਪੰਜਾਬ ਦੇ ਵਿੱਚ ਆਉਂਦੇ ਨੇ, ਵੱਡੇ ਸ਼ਹਿਰਾਂ ਦੇ ਵਿੱਚ, ਠੀਕ ਹੈ, ਜਿਵੇਂ ਮੋਹਾਲੀ ਹੋ ਗਿਆ, ਲੁਧਿਆਣਾ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਜਲੰਧਰ, ਵੱਡੇ ਸ਼ਹਿਰਾਂ 'ਚ ਆਉਂਦੇ ਨੇ, ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਵੀ ਕੰਮ ਕਰਨਾ ਸ਼ੁਰੂ ਕਰਦੇ ਜਦੋਂ ਕਾਰਪੋਰੇਸ਼ਨ ਵਾਲੇ ਆਉਂਦੇ, ਮੇਰੇ ਸਾਹਮਣੇ ਦੇਖਿਆ ਜਦੋਂ ਮੈਂ ਟਿਊਸ਼ਨ ਵਰਕ ਕਰਦਾ ਸੀ ਤਾਂ ਕਈਆਂ ਦੇ ਭਾਂਡੇ ਚੱਕ ਕੇ ਲੈ ਜਾਂਦੇ ਸੀ ਕਾਰਪੋਰੇਸ਼ਨ ਵਾਲੇ। ਉਹ ਫਿਰ ਮਿਹਨਤਾਂ ਕਰਕੇ ਅਗਲੀ ਵਾਰ ਛਡਾ ਲੈਂਦੇ ਸੀਗੇ, ਕਿਉਂਕਿ ਉਹ ਤਾਂ ਹੁਣ ਬਾਹਰੋਂ ਆਏ, ਉਹਨਾਂ ਦਾ ਗੁਜ਼ਾਰਾ ਉੱਥੇ ਟਿਕਿਆ ਹੋਇਆ, ਹੋਰ ਕੁਝ ਕਰ ਨਹੀਂ ਸਕਦੇ। ਉਹ ਤਾਂ 4 ਥੱਪੜ ਵੀ ਖਾਂਦੇ ਮੈਂ ਦੇਖੇ।
ਪਰ ਮੈਂ ਤਾਂ ਨਹੀਂ ਥੱਪੜ ਖਾ ਸਕਦਾ ਨਾ। ਉਹ ਔਖੇ ਉਹ ਵੀ ਨੇ। ਫਿਰ ਇਹ ਕੜੀ ਚੌਲ ਵਾਲਾ ਆਈਡੀਆ ਕਿੱਥੋਂ ਆਇਆ ਫਿਰ ਤੁਹਾਨੂੰ ਕਿ ਚਲੋ ਆਹ ਤੁਹਾਡੀ ਕਾਰ ਵੀ ਆਪਦੀ ਹੋਈ ਲੱਗਦੀ ਹੈਗੀ ਪੁਰਾਣੀ, ਤੇ ਫਿਰ ਇਹ ਆਈਡੀਆ ਕਿਵੇਂ ਤੁਸੀਂ ਉਹ ਕਰਿਆ? ਇਹ ਲੰਚ ਦਾ ਸੀਗਾ ਜੀ। ਪਹਿਲਾਂ ਮੈਂ ਟਿਫਨ ਸਰਵਿਸ ਦਾ ਕੰਮ ਸੋਚਿਆ ਸੀਗਾ ਕਿ ਟਿਫਨ ਸਰਵਿਸ ਦਾ ਕੰਮ ਕਰ ਲਾਂਗੇ, ਪਰ ਜਦੋਂ ਟਿਫਨ ਸਰਵਿਸ ਦਾ ਕੋਸ਼ਿਸ਼ ਕੀਤੀ ਕਰਨ ਦੀ, ਪਰ ਉਹਦੇ ਵਿੱਚ ਵੀ ਉਹ ਕੰਮ ਨਹੀਂ ਚੱਲਿਆ ਕਿਉਂਕਿ ਸਟੂਡੈਂਟ ਦੇ ਸਿਰ ਤੇ ਕੰਮ ਚੱਲਣਾ ਸੀ, ਜਾਂ ਜਿਹੜੇ ਵਰਕਿੰਗ ਪ੍ਰੋਫੈਸ਼ਨਲ ਹੈਗੇ ਆ ਸਿੰਗਲ ਆ ਉਹਨਾਂ ਦੇ ਸਿਰ ਤੇ ਕੰਮ ਚੱਲਣਾ ਸੀ। ਲੋਕਡਾਊਨ ਤੋਂ ਬਾਅਦ ਤਾਂ ਉਹ ਵੀ ਬੇਰੁਜ਼ਗਾਰ ਘਰ ਨੂੰ ਚਲੇ ਗਏ, ਸਟੂਡੈਂਟ ਸੀਗੇ ਉਹ ਵੀ ਸਾਰੇ ਘਰੇ ਵਾਪਸ ਚਲੇ ਗਏ, ਪੀਜੀ ਵਗੈਰਾ ਖਾਲੀ ਹੋ ਗਏ, ਤਾਂ ਉਹ ਵੀ ਨਹੀਂ ਚੱਲਿਆ। ਫਿਰ ਲੰਚ ਦਾ ਸੀਗਾ ਜੀ, ਕਿਉਂਕਿ ਆਪਣਾ ਹੋਰ ਕੋਈ ਸੈਟਅਪ ਤਾਂ ਨਹੀਂ ਕਰ ਸਕਦੇ ਸੀ, ਖਰਚਾ ਜ਼ਿਆਦਾ ਸੀਗਾ, ਤੇ ਸੋਚਿਆ ਵੀ ਇਹੀ ਕੰਮ ਕਰੀਏ। ਵੀ ਗੱਡੀ 'ਚ ਸਮਾਨ ਰੱਖਿਆ, ਪਿਛਲੇ ਤਾਂ ਮਹੀਨੇ 10 ਤਰੀਕ ਤੋਂ ਸ਼ੁਰੂ ਕੀਤਾ ਸੀ, 10 ਦੇ ਆਸ-ਪਾਸ, ਤਾਂ ਕਈ ਦਿਨ ਘੁੰਮਦੇ ਰਹੇ, ਵੱਖ-ਵੱਖ ਥਾਵਾਂ ਤੇ ਖੜੇ, ਪਰ ਨਹੀਂ ਗੱਲ ਬਣੀ, ਨਹੀਂ ਉੱਥੇ ਕੰਮ ਚੱਲ ਪਾਇਆ। ਤੇ ਫਿਰ ਆਖਿਰ ਥੱਕ ਹਾਰ ਕੇ ਇੱਥੇ ਆ ਗਏ, ਕਿਉਂਕਿ ਜਿਹੜਾ ਵੈਂਡਰ ਯੂਨੀਅਨ ਦਾ ਪ੍ਰਧਾਨ ਸੀ ਉਹਨੇ ਮੈਨੂੰ ਕਿਹਾ ਸੀ ਮੈਂ ਸਾਈਡ ਤੇ ਤੁਹਾਡਾ ਕਿਤੇ ਲਗਾ ਦਾਂਗਾ, ਪਰ ਸਾਈਡ ਦੇ ਉੱਤੇ ਉਹਨੇ ਮੈਨੂੰ ਨਹੀਂ ਲਗਾਇਆ। ਉੱਧਰ ਮੇਰਾ ਫੋਨ ਨਹੀਂ ਚੱਕਿਆ, ਤੇ ਮੈਂ 50-60 ਕਿਲੋਮੀਟਰ ਗੱਡੀ ਚਲਾ ਕੇ ਆਖਿਰ ਮੁੱਲਾਪੁਰ ਪਹੁੰਚਿਆ। ਇੱਥੇ ਤਾਂ ਮੇਰਾ ਜਿੰਨਾ ਕੁ ਸਮਾਨ ਸੀ ਸਾਰਾ ਇੱਥੇ ਖਾਲੀ ਹੋ ਗਿਆ, ਤੇ ਫਿਰ ਮੈਂ ਅਗਲੇ ਦਿਨ ਤੋਂ ਇੱਥੇ ਖੜਨਾ ਸ਼ੁਰੂ ਕਰਤਾ। 2 ਦਿਨ ਮੈਂ ਨਹੀਂ ਆਇਆ, ਸ਼ਨੀਵਾਰ ਤੇ ਐਤਵਾਰ ਲੋਕਡਾਊਨ ਸੀਗਾ, ਤੇ ਸੋਮਵਾਰ ਤੋਂ ਫਿਰ ਮੈਂ ਇੱਥੇ ਹੋਣਾ ਸ਼ੁਰੂ ਹੋ ਗਿਆ। ਤੇ ਹੁਣ ਦੇਖਿਆ ਜਾਵੇ ਰਿਸਪੌਂਸ ਤੁਹਾਨੂੰ ਲੋਕ ਜਿਹੜੇ ਕੋਈ ਜਾਣਦੇ ਵੀ ਹੋਣੇ, ਮਾੜੇ ਮੋਟੇ ਤੁਹਾਡੇ ਯਾਰ ਦੋਸਤ ਹੋਣੇ, ਜਾਂ ਕੋਈ ਕਹੀਏ ਜਿਹੜਾ ਸਮਝ ਜਾਂਦਾ ਹੋਣਾ ਕਿ ਇਹ ਮੁੰਡਾ IAS ਦੀ ਪੜ੍ਹਾਈ ਕਰ ਰਿਹਾ। ਹੁਣ ਇੱਕ ਗੱਲ ਤੁਸੀਂ ਸਮਝੋ ਕਿ ਆਖਰਕਾਰ ਤੁਹਾਨੂੰ ਵੀ ਰੱਬ ਕਰੇ ਮੌਕਾ ਦੇਵੇ, ਇੰਨੀ ਮਿਹਨਤ ਕੀਤੀ ਆ, ਤਾਂ ਫਿਰ ਤੁਹਾਡਾ ਅਫਸਰ ਬਣਦੇ ਹੋ ਜੇ ਕੱਲ੍ਹ ਨੂੰ, ਪਹਿਲਾਂ ਕੀ ਚੀਜ਼ਾਂ ਤੇ ਏਮ ਰਹੂਗਾ ਤੁਹਾਡਾ, ਕੀ ਆਖਰਕਾਰ? ਕਿਉਂਕਿ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਤਾਂ ਤੁਹਾਨੂੰ ਖੁਦ ਦੇਖ ਲੀਆਂ, ਕਹਿ ਸਕਦੇ ਆ ਤੁਹਾਡੀ ਹੋ ਸਕਦਾ ਟ੍ਰੇਨਿੰਗ ਹੀ ਹੋਵੇ। ਜੀ ਮੇਰਾ ਪਹਿਲਾਂ ਤੋਂ ਹੀ ਏਮ ਇਹ ਸੀਗਾ ਕਿ ਮੈਂ ਪਹਿਲਾਂ NGO ਦੇ ਵਿੱਚ ਕੰਮ ਕਰਦਾ ਸੀਗਾ। ਨਵਾਂ ਸ਼ਹਿਰ ਤੋਂ ਉਪਕਾਰ ਨਾਮ ਦੀ NGO ਆ ਜਿਹੜੀ ਕੰਨਿਆ ਭਰੂਣ ਹੱਤਿਆ ਤੇ ਨਸ਼ਿਆਂ ਦੇ ਖਿਲਾਫ ਕੰਮ ਕਰਦੀ ਸੀ, ਉਹਦੇ ਵਿੱਚ ਮੈਂ ਕੰਮ ਕਰਦਾ ਸੀ। ਪਹਿਲਾਂ ਤੋਂ ਸੁਪਨਾ ਜਿਹੜਾ ਸਮਾਜ ਸੇਵਾ ਦਾ ਰਿਹਾ। ਪਹਿਲਾਂ ਵੀ ਜਦੋਂ ਮੈਂ ਨਵਾਂ ਸ਼ਹਿਰ ਵੀ ਹੁੰਦਾ ਸੀਗਾ ਉੱਥੇ ਵੀ ਸਮਾਜ ਸੇਵਾ ਕਰਨਾ ਸੀ, ਲੋਕਾਂ ਦੇ ਕੰਮ ਕਰਾਉਣਾ ਹੁੰਦਾ ਸੀਗਾ। ਜਿਹੜੇ ਵਿੱਚ ਏਜੰਟ ਬੈਠੇ ਜਿਹੜੇ ਲੱਖ 1.5 ਲੱਖ ਰੁਪਈਆ ਕਈਮਾਂ ਦਾ ਮੰਗਦੇ ਸੀ, ਕਿਸੇ ਦਾ ਪਾਸਪੋਰਟ ਰੱਖਿਆ ਜਾਂ ਕਿਸੇ ਦਾ ਹੋਰ ਕੰਮ ਰੁਕਿਆ, ਤੇ ਜਿਹੜੇ ਉਹ ਕੰਮ ਮੈਂ ਬਿਨਾਂ ਕੋਈ ਪੈਸੇ ਲਏ ਕਰਵਾਏ। ਹਾਂਜੀ, ਮੇਰਾ ਇਹ ਸੁਪਨਾ ਸੀਗਾ, ਪਰ ਅੱਜ ਜਾ ਕੇ ਦੇਖਿਆ ਵੀ ਉਹ ਚੀਜ਼ ਜਿਹੜੀ ਹੈਗੀ ਮੁੱਲ ਤੋਂ ਬਿਨਾਂ ਕੁਝ ਵੀ ਨਹੀਂ ਚੱਲਦੀ ਹੈਗੀ। ਮੇਰੇ ਪਿੱਛੇ ਮੈਨੂੰ ਇੰਨਾ ਹੀ ਲੱਗਦਾ ਵੀ ਮੇਰੇ ਪਿੱਛੇ ਕੋਈ ਲੌਬੀ ਨਹੀਂ ਸੀਗੀ। ਕਈ ਵਾਰ ਆਪਾਂ ਦੇਖਦੇ ਜੀ ਬਹੁਤ ਗਰੀਬ ਪਰਿਵਾਰ ਦਾ ਬੱਚਾ IAS ਅਫਸਰ ਬਣਿਆ, ਤੇ ਕੋਈ ਰਿਕਸ਼ਾ ਚਲਾਉਂਦਾ ਸੀਗਾ ਜਾਂ ਦਿੱਲੀ ਦੇ ਵਿੱਚ ਮੁਖਰਜੀ ਨਗਰ ਦੇ ਵਿੱਚ ਚਾਹ ਵੇਚ ਕੇ ਜਾਂ ਕੋਈ ਹੋਰ ਕੰਮ ਕਰਕੇ ਬਣਿਆ। ਮੈਨੂੰ ਨਹੀਂ ਸਮਝ ਆਉਂਦੀ ਵੀ ਮੈਂ ਵੀ ਮਿਹਨਤ ਕੀਤੀ ਹੈ ਤੇ ਉਹ ਬਣ ਜਾਂਦੇ ਆ ਤੇ ਮੈਂ ਕਿਉਂ ਨਹੀਂ ਬਣਿਆ। ਮੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਆਉਂਦੀ। ਇੰਟਰਵਿਊ ਮੈਂ ਦਿੱਤੀ 2 ਵਾਰੀ, ਇੱਕ ਵਾਰ ਮੇਰੇ 45 ਨੰਬਰ ਸੀਗੇ, ਦੂਜੀ ਵਾਰ ਮੇਰੇ 97 ਨੰਬਰ ਸੀਗੇ। ਮੈਨੂੰ ਨਹੀਂ ਪਤਾ ਲੱਗਾ ਵੀ ਕਿਹੜੇ ਕਾਰਨਾਂ ਕਰਕੇ ਮੇਰੇ ਨੰਬਰ ਘਟਿਆ ਹੋ, ਜਾਂ ਕਿਹੜੇ ਸਵਾਲ ਇੰਟਰਵਿਊ ਦੇ ਵਿੱਚ ਸੀਗੇ ਜਿਨ੍ਹਾਂ ਦਾ ਮੈਂ ਸਵਾਲਾਂ ਦੇ ਜਵਾਬ ਨਹੀਂ ਦੇ ਪਾਇਆ। ਤੁਸੀਂ ਪੱਤਰਕਾਰ ਹੋ, ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਤੁਸੀਂ ਸਮਝ ਸਕਦੇ ਹੋ ਵੀ, ਕਿਉਂਕਿ ਉੱਥੇ ਮੈਨੂੰ ਇਹ ਸਮਝ ਲੱਗਿਆ ਹੁਣ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਵੀ ਜਿਹੜੀ ਸਿਵਲ ਸਰਵਿਸ ਦੀ ਨੌਕਰੀ ਹੈ ਉਹ ਸਟੇਟ ਦੇ ਹੱਕ ਜਿਹੜੇ ਹੈਗੇ ਆ ਜਾਂ ਸਟੇਟ ਦੇ ਹਿੱਤ ਪਹਿਲਾਂ ਦੇਖਦੀ ਆ। ਉਹ ਸਟੇਟ ਸਰਵਿਸ ਹੈ। ਮੈਨੂੰ ਕਿਸੇ ਸੀਨੀਅਰ ਬਿਊਰੋਕਰੇਟ ਨੇ ਕਿਹਾ ਸੀਗਾ, ਰਿਟਾਇਰਮੈਂਟ ਦੀ ਏਜ ਤੇ ਨੇ, ਉਹ ਕਹਿੰਦੇ ਦੇयर ਇਜ਼ ਨਥਿੰਗ ਲਾਈਕ ਸਿਵਲ ਸਰਵਿਸ ਇਨ ਦਾ ਸਿਵਲ ਸਰਵਿਸ ਐਗਜ਼ਾਮੀਨੇਸ਼ਨ। ਹੁਣ ਜੇ ਦੇਖਿਆ ਜਾਵੇ ਸਨੀ, ਤੁਸੀਂ ਚਲੋ ਇਹ ਉਪਰਾਲਾ ਕਰਿਆ, ਤੁਸੀਂ ਕੋਸ਼ਿਸ਼ ਨਹੀਂ ਛੱਡ ਰਹੇ ਹੈਗੇ, ਤੇ ਆਖਰਕਾਰ ਇਹਦਾ ਰਿਸਪੌਂਸ ਤੁਸੀਂ ਕਹਿ ਰਹੇ ਹੋ ਵੀ ਲੋਕ ਚੰਗਾ ਮਿਲ ਰਿਹਾ ਹੈਗਾ। ਚਲੋ ਆਖਰਕਾਰ ਤੁਸੀਂ ਜਦੋਜਹਿਦ ਕਰਕੇ ਇੱਕ ਤਰ੍ਹਾਂ ਦੀ ਉਹਨੇ ਥਾਂ ਲੈ ਲਈ। ਹੁਣ ਇਸ ਤਰ੍ਹਾਂ ਹੈ ਜੀ ਵੀ ਮੇਰਾ ਜਿੰਨਾ ਕੁ ਸਮਾਨ ਹੈਗਾ ਜੀ ਉਹ ਚਲੇ ਜਾਂਦਾ, ਹਜੇ ਬਚਣ ਦਾ ਤਾਂ ਕੁਝ ਨਹੀਂ, ਕਿਉਂਕਿ ਸੇਲ ਵਧੇਗੀ ਤਾਂ ਫਿਰ ਬਚੇਗਾ। ਹਜੇ ਹੁਣ ਵੀ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਆਟੋ ਰਿਕਸ਼ਾ ਰੁਕਿਆ ਸੀ। ਕੱਲ ਵੀ ਜਦੋਂ ਪੱਤਰਕਾਰ ਆਏ ਸੀਗੇ ਤੇ ਉਹ ਮੈਂ ਖਾਣਾ ਬਣਾ ਕੇ ਦੇ ਰਿਹਾ ਸੀਗਾ, ਇੱਕ ਆਟੋ ਵਾਲੇ ਨੂੰ ਦਿੱਤਾ, ਮੈਨੂੰ ਪਤਾ ਨਹੀਂ ਲੱਗਿਆ ਉਹ ਪੈਸੇ ਮੈਂ ਨਹੀਂ ਲਏ, ਉਹਦੇ ਕੋਲੋਂ ਚਲਾ ਗਿਆ। ਉਹ ਅੱਜ ਆਇਆ ਤੇ ਮੈਨੂੰ ਕਹਿੰਦਾ ਜੀ ਵੀ ਇਹ ਲੰਗਰ ਹੈ ਜੀ, ਤੇ ਕਹਿੰਦਾ ਕੱਲ ਤਾਂ ਤੁਸੀਂ ਫ੍ਰੀ ਵੰਡ ਰਹੇ ਸੀਗੇ। ਮੈਂ ਕਿਹਾ ਵੀਰੇ ਫ੍ਰੀ ਤਾਂ ਨਹੀਂ ਹੈ, ਮੈਂ ਕੰਮ ਕਰ ਰਿਹਾ। ਉਹ ਕਹਿੰਦਾ ਕੱਲ ਮੈਂ ਫ੍ਰੀ ਲੈ ਕੇ ਗਿਆ ਸੀਗਾ, ਤੇ ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦਾ ਮੇਰੇ ਕੋਲ ਤਾਂ 10 ਰੁਪਏ। ਮੈਂ ਕਿਹਾ ਜੀ ਕੋਈ ਨਹੀਂ, ਤੁਸੀਂ 10 ਰੁਪਏ ਵੀ ਰਹਿਣ ਦਿਓ, ਖਾ ਲਓ, ਕੋਈ ਚੱਕਰ ਨਹੀਂ। ਕਿਉਂਕਿ ਕਈ ਦਿਨ ਮੈਂ ਵੰਡ ਕੇ ਜਾਂਦਾ ਰਿਹਾ, ਜਿੱਥੇ ਮੈਂ 10-10 ਪਲੇਟਾਂ ਵੰਡੀਆਂ, ਮਿਹਨਤਾਂ ਕਰਕੇ ਵੰਡੀਆਂ। ਜੇ ਮੇਰੇ ਕੋਲ ਆ ਕੇ 2 ਬੰਦੇ ਖਾ ਕੇ ਵੀ ਚਲੇ ਜਾਓਗੇ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਕੋਈ ਫਰਕ ਨਹੀਂ ਪੈਂਦਾ। ਹਾਂ, ਕੀ ਜੇ ਦੇਖਿਆ ਜਾਵੇ ਸਨੀ, ਇਹ ਪੂਰੀ ਜਦੋਂ ਤੁਸੀਂ ਹੁਣ ਕਮਾਈ ਸ਼ੁਰੂ ਕਰੀ ਹੈ, ਲੋਕਾਂ ਦਾ ਰਿਸਪੌਂਸ ਕਿਹੋ ਜਿਹਾ, ਕਿਵੇਂ ਆ ਰਹੇ ਨੇ ਮੁੰਡੇ? ਅਸੀਂ ਦੇਖਦੇ ਹਾਂ ਤੁਹਾਡੇ ਨਾਲ ਮੁੰਡਾ ਇੱਕ ਹੋਰ ਕੰਮ ਵੀ ਕਰਾ ਰਿਹਾ। ਮੈਨੂੰ ਜੀ ਇਹ ਸ਼ਨੀਵਾਰ ਪੋਸਟ ਜਿਹੜੀ ਵਾਇਰਲ ਹੋਈ ਸੀ ਗੁਰਪ੍ਰੀਤ ਸਿੰਘ ਸੋਤਾ ਦੀ, ਉਹ ਤੋਂ ਬਾਅਦ ਮੈਨੂੰ ਫੋਨ ਆਉਣੇ ਸ਼ੁਰੂ ਹੋਏ, ਪੱਤਰਕਾਰਾਂ ਦੇ ਫੀਲਡ ਤੋਂ ਵੀ ਫੋਨ ਆਉਣੇ ਸ਼ੁਰੂ ਹੋਏ। ਤਾਂ ਸ਼ਨੀਵਾਰ ਐਤਵਾਰ 2 ਦਿਨ ਦੇ ਵਿੱਚ 50 ਕੁ ਫੋਨ ਮੈਨੂੰ ਮੁੰਡਿਆਂ ਦੇ ਆ ਚੁੱਕੇ ਆ, ਜਿਹੜੇ ਕਹਿੰਦੇ ਭਾਜੀ ਵੀ ਤੁਸੀਂ ਐਡੀ ਪੜ੍ਹਾਈ ਕਰਕੇ ਵੀ ਨਹੀਂ ਸ਼ਰਮ ਮੰਨਦੇ, ਤਾਂ ਸਾਨੂੰ ਤਾਂ ਅਸੀਂ ਤਾਂ BA ਕੀਤੀ ਆ ਜਾਂ MA ਕੀਤੀ ਆ, ਤੇ ਉਸ ਤੋਂ ਬਾਅਦ ਸਾਨੂੰ ਇਸ ਗੱਲ ਦੇ ਵਿੱਚ ਸ਼ਰਮ ਲੱਗਦੀ ਹੈਗੀ। ਕਹਿ ਸਕਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਹੋਰ ਵੀ ਨੇ, ਕੱਲਾ ਸਨੀ ਨਹੀਂ ਹੈਗਾ। ਮੈਂ ਨਹੀਂ ਆ ਜੀ, ਕਿਉਂਕਿ ਕੱਲ ਵੀ ਮੈਨੂੰ ਪੱਤਰਕਾਰਾਂ ਦਾ ਸਵਾਲ ਸੀਗਾ ਵੀ ਆਪਾਂ ਅੱਡਾ ਨਹੀਂ ਛੱਡਣਾ, ਵੀ ਆਪਾਂ ਮੈਦਾਨ ਨਹੀਂ ਛੱਡਣਾ, ਆਪਾਂ ਲੜਾਂਗੇ, ਆਪਾਂ ਉਸ ਜਗ੍ਹਾ ਤੇ ਖੜਾਂਗੇ। ਮੈਂ ਕਿਹਾ ਜੀ ਸਵਾਲ ਸਿਰਫ ਸਨੀ ਸਿੰਘ ਦਾ ਨਹੀਂ ਹੈ, ਸਵਾਲ ਤੇ ਇਹ ਕਿ 50 ਫੋਨ ਮੈਨੂੰ ਆ ਚੁੱਕੇ ਨੇ। ਇਹ ਸਰਕਾਰ ਦੇ ਮੂਹਰੇ ਸਵਾਲ ਹੈ, ਕਿਉਂਕਿ ਬੇਰੁਜ਼ਗਾਰੀ ਜਿਹੜੀ ਆ, ਮੈਂ ਕੱਲ ਵੀ ਗੱਲ ਕੀਤੀ ਸੀ, ਉਹ ਇੱਕ ਤਰ੍ਹਾਂ ਦਾ ਕੂੜਾ ਹੈ। ਠੀਕ ਹੈ ਜੀ, ਅੱਜ ਪੜ੍ਹੇ ਲਿਖੇ ਦਾ ਕੂੜਾ ਜਿਹੜਾ ਵੈਂਡਿੰਗ ਕਰ ਰਿਹਾ, ਉਹਦੇ ਆਪ ਬੇਰੁਜ਼ਗਾਰੀ ਇੱਥੇ ਆ ਗਈ ਤੇ ਆਪਾਂ ਇਹ ਕੰਮ ਕਰਨ ਲੱਗ ਗਏ। ਤੇ ਹੁਣ ਕੱਲ ਨੂੰ ਜਦੋਂ ਉਹ ਪੂਰਾ ਹਜੂਮ ਇਹਦੇ ਚ ਆਏਗਾ, ਜਿਹੜੇ ਆਲਰੇਡੀ ਵੈਂਡਰ ਖੜੇ ਉਹਨਾਂ ਲਈ ਕੰਪੀਟੀਸ਼ਨ ਖੜਾ ਹੋਏਗਾ, ਤੇ ਸਰਕਾਰ ਲਈ ਇੱਕ ਸਵਾਲ ਹੋਏਗਾ ਜਦੋਂ ਕਲੈਸ਼ ਹੋਏਗਾ। ਵੀ ਹੋ ਸਕਦਾ ਮੈਂ ਤਾਂ ਅਵੋਇਡ ਕੀਤਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨਾ ਬਣ ਜਾਏ, ਵੀ ਪਬਲਿਕ ਪਲੇਸ ਦੇ ਉੱਤੇ ਜਿਸ ਤਰ੍ਹਾਂ ਮੇਰੇ ਤੇ 6 ਬੰਦੇ ਚੜ੍ਹ ਕੇ ਆਏ ਸੀਗੇ, ਕਿ ਕੁੱਟਮਾਰ ਹੋ ਜਾਂਦੀ ਆ, ਨੇੜੇ ਥਾਣਾ ਉਹ ਤਾਂ ਐਸਟੈਬਲਿਸ਼ ਕਰਕੇ ਬੈਠੇ ਹੋਣੇ ਆਪਣਾ। ਠੀਕ ਹੈ ਜੀ, 752 ਦੇ ਪਰਚੇ ਦੇ ਵਿੱਚ ਮੈਂ ਅੰਦਰ ਹੋ ਜਾਣਾ ਸੀਗਾ। ਮੈਂ ਕੰਮ ਕਰਨਾ ਸੀ, ਬੱਚੇ ਪਾਲਣੇ ਸੀਗੇ, ਜਾਂ ਫਿਰ ਮੈਂ ਲੜਾਈ ਝਗੜੇ ਨਿਪਟਣੇ ਸੀ।
ਇਹ ਮੁੰਡਾ ਕੌਣ ਹੈ? ਇਹਦੇ ਨਾਲ ਵੀ ਗੱਲ ਕਰਾਂਗੇ ਕਿ ਇਹ ਆਖਰਕਾਰ ਜਿਹੜੇ ਆਉਂਦੇ ਨੇ, ਜਿਵੇਂ ਹੁਣ ਇਹ ਮੁੰਡਾ ਤੁਹਾਡੇ ਨਾਲ ਲੱਗਿਆ ਹੈਗਾ, ਕੋਈ ਹੋਰ ਆ ਰਹੇ ਨੇ ਤੁਹਾਡੇ ਕੋਲ? ਚਲੋ ਇਹਨਾਂ ਨੂੰ ਤਾਂ ਸ਼ੁਰੂਆਤ ਹਜੇ ਨਹੀਂ ਆਏ ਜੀ, ਹਜੇ ਮੈਨੂੰ ਫੋਨ ਆਇਆ। ਇਹ ਲੜਕਾ ਕਿਉਂਕਿ ਹੋਸਟਲ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਮੇਰਾ ਹੋਸਟਲ ਦੇ ਵਿੱਚ ਰਹਿੰਦਾ ਸੀਗਾ, ਮੇਰਾ ਜਾਣਕਾਰ ਸੀਗਾ, ਇਹਨੂੰ ਮੋਟੀਵੇਸ਼ਨ ਮਿਲੀ, ਫਿਰ ਇਹ ਉਹਨੂੰ ਦੇਖ ਕੇ ਆਇਆ। ਤੇ ਹੋਰ ਵੀ ਮੁੰਡੇ ਦੇ ਮੈਨੂੰ ਫੋਨ ਆਇਆ ਜੀ ਵੀਕਐਂਡ ਤੇ, ਕਹਿੰਦੇ ਅਸੀਂ ਆਵਾਂਗੇ, ਵੀ ਅਸੀਂ ਵੀ ਕੰਮ ਕਰਨਾ ਸ਼ੁਰੂ ਕਰਨਾ। ਬਿਲਕੁਲ ਕਹਿ ਸਕਦੇ ਹਾਂ ਤੁਸੀਂ ਇੱਕ ਪੂਰੀ ਕਹਾਣੀ ਦੇਖੀ ਕਿ ਆਖਰਕਾਰ ਇਹਦੇ ਵਿੱਚ ਕਈ ਚੀਜ਼ਾਂ ਸੀਗੀਆਂ, ਕਿਉਂਕਿ ਜਦੋਂ ਮੈਂ ਵੀ ਇਹਦੀ ਪੂਰੀ ਸਨੀ ਨਾਲ ਗੱਲਬਾਤ ਕਰੀ ਤਾਂ ਸਲਾਮ ਹੈ ਇਹੋ ਜਿਹੇ ਨੌਜਵਾਨ ਨੂੰ ਕਿ ਇਹ ਸਿੱਖ ਭਰਾ ਸਾਡਾ, ਤੁਸੀਂ ਇਹ ਵੀ ਦੇਖੋ ਕਿ ਆਖਰਕਾਰ ਤੁਸੀਂ ਕਿਸੇ ਜੇ ਕਹੀਏ ਕਿ ਰੇਹੜੀ ਵਾਲੇ ਕੋਲ ਖਾ ਲੈਂਦੇ, ਸਾਡਾ ਪੰਜਾਬੀ ਵੀ ਨਹੀਂ ਹੁੰਦਾ ਕਈ ਵਾਰੀ। ਖੈਰ ਚਲੋ ਪਰੇਸ਼ਾਨੀਆਂ ਉਹਨਾਂ ਦੀਆਂ ਵੀ ਨੇ, ਅਸੀਂ ਇਹ ਗੱਲ ਨਹੀਂ ਕਹਿੰਦੇ ਹੈਗੇ ਕਿ ਆਖਰਕਾਰ ਉਹ ਕਿਉਂ ਇੱਥੇ ਕੰਮ ਕਰਦੇ ਨੇ, ਕਰਨਾ ਚਾਹੀਦਾ, ਹਰ ਇੱਕ ਕਿਸੇ ਨੂੰ ਮਿਹਨਤ ਦਾ ਹੱਕ ਹੈ। ਪਰ ਜੇ ਦੇਖਿਆ ਜਾਵੇ ਅੱਗੇ ਪੂਰੇ ਜਿਹੜਾ ਸਿਸਟਮ ਜਿਵੇਂ ਉਲਝ ਗਿਆ, ਹੁਣ ਸ਼ਬਦ ਨਹੀਂ ਆਉਂਦੇ ਕਿ ਆਖਰਕਾਰ ਕਿਹੜੀ ਚੀਜ਼ਾਂ, ਕਿਹੜੀਆਂ ਗੱਲਾਂ ਹੈਗੀਆਂ ਕਹੀਆਂ ਜਾਣ ਜਿਨ੍ਹਾਂ ਨਾਲ ਲਾਹਨਤਾਂ ਪੈਣ ਘੱਟੋ ਘੱਟ। ਵੀ ਹੁਣ ਆਏ ਮੁੰਡਾ ਕੱਲ੍ਹ ਨੂੰ ਅਫਸਰ ਬਣਦਾ ਤਾਂ ਇਹਨੂੰ ਕਮ ਸੇ ਕਮ ਇਹ ਪਤਾ ਵੀ ਯਾਰ ਰੇਹੜੀ ਲਾਉਣ ਦਾ ਹੱਕ ਦੇ ਦਿਓ, ਨਹੀਂ ਅਸੀਂ ਕਿਸੇ ਨੂੰ ਰੁਜ਼ਗਾਰ ਦੇ ਸਕਦੇ। ਸਰਕਾਰਾਂ ਸ਼ਾਇਦ ਇਸੇ ਚੀਜ਼ ਦੇ ਲਈ ਕਹਿ ਰਹੇ ਆ ਕਿ ਕਿਹਾ ਗਿਆ ਕਿ ਰੁਜ਼ਗਾਰ ਦੇਵਾਂਗੇ, ਲੋਕਾਂ ਨੂੰ ਲੱਗਿਆ ਕਿ ਰੁਜ਼ਗਾਰ ਮਿਲ ਜੂਗਾ, ਸਰਕਾਰੀ ਨੌਕਰੀ ਨਾ ਸਹੀ ਕਮ ਸੇ ਕਮ ਕਿਤੇ ਫੈਕਟਰੀ 'ਚ ਜਗ੍ਹਾ ਮਿਲ ਜੂ, ਕਿਤੇ ਰੇਹੜੀ ਲਾਉਣ ਨੂੰ ਥਾਂ ਮਿਲ ਜੂਗੀ। ਹੁਣ ਇਹ ਗੱਲਾਂ ਸੋਚ ਲੈਣੀਆਂ ਚਾਹੀਦੀਆਂ ਨੇ। ਦੂਜੇ ਪਾਸੇ ਅਸੀਂ ਉਮੀਦ ਕਰਾਂਗੇ ਕਿ ਆਖਰਕਾਰ, ਕਿਉਂਕਿ ਸਨੀ ਨੇ ਅਜੇ ਵੀ ਪੜ੍ਹਾਈ ਜਾਰੀ ਰੱਖੀ ਹੋਈ ਹੈ, ਤੇ ਜਲਦੀ ਅਫਸਰ ਬਣੇ ਤੇ ਕਮ ਸੇ ਕਮ ਇਹ ਗੱਲ ਤਾਂ ਉਹ ਸਮਝ ਪਾਊਗਾ, ਇਹ ਦੁੱਖ ਲੋਕਾਂ ਦਾ ਸਮਝ ਪਾਊਗਾ, ਜਿਹੜੀ ਕਿ ਕਿਤੇ ਨਾ ਕਿਤੇ ਸਾਡੇ ਉਹ ਅਫਸਰ ਭੁੱਲ ਚੁੱਕੇ ਨੇ ਜਿਹੜੇ ਪਹਿਲਾਂ ਸ਼ਾਇਦ ਇਹੋ ਜਿਹੀਆਂ ਗੱਲਾਂ ਕਰਦੇ ਹੋਣਗੇ ਤੇ ਕੱਲ੍ਹ ਨੂੰ ਇਹ ਵੀ ਨਾ ਭੁੱਲੇ, ਇਹ ਅਸੀਂ ਉਮੀਦ ਕਰਾਂਗੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।